ਅੱਜ ਜੇ ਉਹ ਐਕਟ ਬਣਿਆ ਹੁੰਦਾ ਅੱਜ ਸਾਡੇ ਸਿੱਖਾਂ ਦੇ ਉੱਪਰ ਇਹ ਨੌਬਤ ਨਾ ਆਉਂਦੀ ਕਿ ਦੂਜੀ ਪਾਰਟੀਆਂ ਸਾਡੇ ਦੇ ਉੱਪਰ ਅਟੈਕ ਕਰਦੀਆਂ। ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਨੇ ਤਾਂ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਲ ਇੰਡੀਆ ਜਿਹੜਾ ਐਕਟ ਹੈ ਉਹਦਾ ਤਾਂ ਖਰੜਾ ਵੀ ਤਿਆਰ ਕਰਤਾ ਸੀਗਾ। ਜਸਟਿਸ ਮੇਰਾ ਖਿਆਲ ਹਰਬੰਸ ਸਿੰਘ ਸੀਗੇ, ਉਹਨਾਂ ਨੂੰ ਉਹ ਪੇਸ਼ ਕਰਤਾ ਸੀਗਾ ਵੀ ਆਲ ਇੰਡੀਆ ਗੁਰਦੁਆਰਾ ਐਕਟ ਬਣਨਾ ਚਾਹੀਦਾ। ਉਹ ਖਰੜਾ ਉੱਥੇ ਦਾ ਉੱਥੇ ਹੀ ਰਹਿ ਗਿਆ। ਅੱਜ ਸਾਡੇ ਸਿੱਖਾਂ ਦੇ ਉੱਪਰ ਇਹ ਨੌਬਤ ਨਾ ਆਉਂਦੀ। ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਆਲ ਇੰਡੀਆ ਪੱਧਰ ਤੇ ਜੇ ਬਣ ਜਾਂਦਾ ਹੁੰਦਾ ਹੈ। ਜੋ ਪਾਤਸ਼ਾਹ ਨੇ ਸਾਨੂੰ ਕਲਗੀਆਂ ਬਖਸ਼ੀਆਂ इन गरीब सिखन को दो पातशाही याद करे हमरे गुरे आए इन्हीं को सरदार बनाऊं तवे गोबिंद सिंह नाम कहाऊं राज करन का बल समझाओ पाल। सारे जो बीजेपी नवीं तो नवीं चाल चल रही है इस दे नाल उन्हां दी सोच है कि पंथ नूं नुकसान पहुंचा देंगे, लेकिन ऐसा नहीं। आल इंडिया एक्ट की मंग जिहड़ी है श्री अकाल तख्त साहब के जथेदार ज्ञानी हरप्रीत सिंह होरां ने की है कि इस तो पहला ये मंग की गई। जे मंग की गई तो फिर गल तुरी क्यों नहीं? आखिर बेईमानी किहड़े लीडरां दे विच ही साडे नाल गलबात कर लई जोगिंदर सिंह पंछी ने, जो उन्हां नाल गलबात जरूर करांगे। पंछी साहब किस तरह वेखदे हो कि श्री अकाल तख्त साहब के जथेदार सिंह साहब ज्ञानी हरप्रीत सिंह होरां ने आल इंडिया एक्ट की मंग की है, इस नूं किस तरह वेखदे? आल इंडिया गुरुद्वारा एक्ट जो हैगा इस दी मंग ਹੁਣ ਜੋ ਕੀਤੀ ਗਈ ਆ ਬਹੁਤ ਵਧੀਆ ਢੰਗ ਨਾਲ ਅਕਾਲ ਤਖਤ ਸਾਹਿਬ ਦੀ ਤਰਫ ਤੋਂ ਕੀਤੀ ਗਈ ਆ। ਅਸੀਂ ਇਸ ਗੱਲ ਦਾ ਸਵਾਗਤ ਕਰਦੇ ਆ ਅਕਾਲ ਤਖਤ ਸਾਹਿਬ ਜੀ ਤੋਂ ਜੋ ਹੁਕਮ ਆਇਆ ਹੈਗਾ, ਔਰ ਇਹ ਹੋਣੀ ਚਾਹੀਦਾ ਸੀ। ਇਹ ਤਾਂ ਪਹਿਲੇ ਬਣ ਜਾਣਾ ਚਾਹੀਦਾ ਸੀਗਾ। ਬਹੁਤ ਸਮਾਂ ਪਹਿਲੇ ਗੁਰਦੁਆਰਾ ਐਕਟ ਜਿਹੜਾ ਆਲ ਇੰਡੀਆ ਪੱਧਰ ਤੇ ਬਣਨਾ ਚਾਹੀਦਾ ਸੀਗਾ। ਜੇ ਇਹ ਬਣ ਜਾਂਦਾ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੋਂਦ 'ਚ ਨਾ ਆਉਂਦੀ, ਔਰ ਹਰਿਆਣਾ ਵੀ ਹੋਂਦ 'ਚ ਨਾ ਆਉਂਦੀ, ਰਾਜਸਥਾਨ ਦੀ ਵੀ ਮੰਗ ਨਾ ਆਉਂਦੀ ਵੀ ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨੀ ਚਾਹੀਦੀ ਹੈ। ਚੰਡੀਗੜ੍ਹ ਦੀ ਵੀ ਇਸ ਤਰ੍ਹਾਂ ਚੱਲ ਰਹੀ ਹੈ, ਹਿਮਾਚਲ ਦੀ ਵੀ ਇਸ ਤਰ੍ਹਾਂ ਚੱਲ ਰਹੀ, ਦੂਜੇ ਸਟੇਟਾਂ 'ਚ ਜਿਹੜੀ ਇਹ ਗੱਲ ਜਾ ਰਹੀ ਹੈ। ਅੱਜ ਸਾਡੇ ਸਿੱਖਾਂ ਦੇ ਉੱਪਰ ਇਹ ਨੌਬਤ ਨਾ ਆਉਂਦੀ ਜੇ ਪਿਛਲੇ ਸਮੇਂ ਦੇ ਵਿੱਚ ਇਹਨੂੰ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਆਲ ਇੰਡੀਆ ਪੱਧਰ ਤੇ ਜੇ ਬਣ ਜਾਂਦਾ ਹੁੰਦਾ ਔਰ ਸਾਰੀ ਮਰਿਆਦਾ ਸਾਡੀ ਇੱਕ ਹੁੰਦੀ। ਪੰਛੀ ਸਾਹਿਬ, ਜੇ ਆਲ ਇੰਡੀਆ ਐਕਟ ਦੀ ਮੰਗ ਚੱਲੀ ਸੀ ਤਾਂ ਫਿਰ ਇਹ ਸਿਰੇ ਕਿਉਂ ਨਹੀਂ ਲੱਗੀ? ਦੇਖੋ ਉਸ ਸਮੇਂ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਤਾਂ ਜਦ ਜਿਸ ਤਰ੍ਹਾਂ ਸਟੇਜਾਂ ਦੇ ਉੱਪਰ ਅਸੀਂ ਜਾਂਦੇ ਰਹੇ ਹਾਂ, ਗੱਲਾਂ ਸੁਣਦੇ ਰਹੇ ਹਾਂ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਨੇ ਕਈ ਵਾਰੀ ਸਟੇਜਾਂ ਦੇ ਉੱਪਰ ਇਹ ਗੱਲ ਕਹੀ ਹੈ ਕਿ ਆਲ ਇੰਡੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਨਾ ਚਾਹੀਦਾ, ਨੈਸ਼ਨਲ ਪੱਧਰ ਦਾ ਬਣਨਾ ਚਾਹੀਦਾ ਹੈ। ਇਹ ਇਸ ਦੇ ਵਿੱਚ ਕਮੀਆਂ ਰਹਿੰਦੀਆਂ ਰਹੀਆਂ ਔਰ ਗੱਲਾਂ ਤਾਂ ਉੱਠਦੀ ਰਹੀਆਂ, ਪਤਾ ਨਹੀਂ ਕਿੱਥੇ ਆ ਕੇ ਕਮੀ ਆਉਂਦੀ ਰਹੀ ਹੈ। ਇਹ ਇਸ ਗੱਲ ਦੇ ਬਹੁਤ ਪ੍ਰਬੰਧ ਜਿਹੜੇ ਆ ਉਸ ਦੇ ਵਿੱਚ ਪਤਾ ਨਹੀਂ ਕਿਸ ਗੱਲ ਦੇ ਵਿੱਚ ਕੀ ਗੱਲ ਹੁੰਦੀ ਰਹੀ ਹੈ, ਇਹ ਬਣ ਨਹੀਂ ਸਕਿਆ। ਬਣਨਾ ਚਾਹੀਦਾ ਸੀਗਾ ਬਹੁਤ ਸਮਾਂ ਪਹਿਲੇ। ਜਥੇਦਾਰ ਗੁਰਚਰਨ ਸਿੰਘ ਟੌਹੜਾ 27 ਸਾਲ ਪ੍ਰਧਾਨ ਰਹੇ ਆ। ਜੇ ਗੱਲ ਤੁਰੀ ਸੀ ਜਾਂ ਗੱਲ ਚੱਲੀ ਸੀ ਜਾਂ ਸਟੇਜਾਂ 'ਤੇ ਕਹਿੰਦੇ ਸੀ, ਆਖਰ ਪੇਜ ਫਸਿਆ ਕਿੱਥੇ? ਦੇਖੋ ਜੀ, ਗੱਲ ਤਾਂ ਇਹ ਆ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਨੇ ਤਾਂ ਇਹਨੂੰ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਲ ਇੰਡੀਆ ਜਿਹੜਾ ਐਕਟ ਹੈ ਉਹਦਾ ਤਾਂ ਖਰੜਾ ਵੀ ਤਿਆਰ ਕਰਤਾ ਸੀਗਾ। ਉਸ ਸਮੇਂ ਦੇ ਵਿੱਚ ਜਸਟਿਸ ਮੇਰਾ ਖਿਆਲ ਹਰਬੰਸ ਸਿੰਘ ਸੀਗੇ, ਉਹਨਾਂ ਨੂੰ ਉਹ ਪੇਸ਼ ਕਰਤਾ ਸੀਗਾ ਵੀ ਆਲ ਇੰਡੀਆ ਗੁਰਦੁਆਰਾ ਐਕਟ ਬਣਨਾ ਚਾਹੀਦਾ। ਉਹ ਖਰੜਾ ਉੱਥੇ ਦਾ ਉੱਥੇ ਹੀ ਰਹਿ ਗਿਆ। ਪਤਾ ਨਹੀਂ ਕੀ ਹਾਲਾਤ ਪੈਦਾ ਹੋਏ। ਉਸ ਤੋਂ ਬਾਅਦ ਸਾਡੇ ਨਾਲ ਖੁਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਆਪ ਵਾਰਤਾਲਾਪ ਕਰਿਆ ਕਰ ਵੀ ਇਹ ਐਕਟ ਬਣ ਜਾਣਾ ਚਾਹੀਦਾ, ਇਹ ਬਣ ਨਹੀਂ ਰਿਹਾ ਹੈਗਾ। ਉਹਨਾਂ ਦੇ ਮਨ ਦੇ ਵਿੱਚ ਰਹਿੰਦੀ ਸੀਗੀ ਗੱਲ। ਤਾਂ ਅੱਜ ਜੇ ਉਹ ਐਕਟ ਬਣਿਆ ਹੁੰਦਾ ਅੱਜ ਸਾਡੇ ਸਿੱਖਾਂ ਦੇ ਉੱਪਰ ਇਹ ਨੌਬਤ ਨਾ ਆਉਂਦੀ ਕਿ ਦੂਜੀ ਪਾਰਟੀਆਂ ਸਾਡੇ ਦੇ ਉੱਪਰ ਅਟੈਕ ਕਰਦੀਆਂ ਔਰ ਸਾਡੇ 'ਚ ਪਾੜਾ ਪਾਉਣ ਦੀ ਕੋਸ਼ਿਸ਼ ਕਰਦੀਆਂ। ਹਰਿਆਣੇ ਦੀ SGPC ਕ੍ਰੀਏਟ ਕਰਤੀ ਔਰ ਦਿੱਲੀ ਦੀ ਕਰਤੀ, ਦੂਜੇ ਸੂਬਿਆਂ ਦੇ ਵਿੱਚ ਲੈ ਕੇ ਜਾਣ ਦੀ ਗੱਲ ਕਰ ਰਹੀ ਹੈ। ਪੰਥ ਦੇ ਵਿੱਚ ਫੁੱਟ ਪਾਉਣ ਦੀਆਂ ਜਿਹੜੀਆਂ ਗੱਲਾਂ ਹੈ, ਅਗਰ ਪਿਛਲੇ ਸਮੇਂ ਦੇ ਵਿੱਚ ਗੁਰਦੁਆਰਾ ਐਕਟ ਆਲ ਇੰਡੀਆ ਪੱਧਰ ਦੇ ਉੱਪਰ ਬਣਿਆ ਹੁੰਦਾ ਸਾਡੇ ਉੱਪਰ ਇਹ ਨੌਬਤ ਨਹੀਂ ਆਉਣੀ ਸੀਗੀ। ਹੁਣ ਲੱਗਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਇਹ ਮੰਗ ਕੀਤੀ ਜਾ ਰਹੀ ਆਲ ਇੰਡੀਆ ਐਕਟ ਦੀ, ਇਹ ਤੁਰੇਗੀ ਤੇ ਸਿਰੇ ਚੜ੍ਹੇਗੀ? ਦੇਖੋ, ਅਸੀਂ ਤਾਂ ਇਸ ਗੱਲ ਦਾ ਸਵਾਗਤ ਕਰਦੇ ਹਾਂ। ਮੈਂ ਤਾਂ ਪਹਿਲੇ ਗੱਲ ਕਹਿਤੀ ਕਿ ਇਹ ਐਕਟ ਤਾਂ ਬਹੁਤ ਦੇਰ ਪਹਿਲੇ ਬਣ ਜਾਣਾ ਚਾਹੀਦਾ ਸੀਗਾ, ਕਿਉਂਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਬਹੁਤ ਵੱਡੀ ਸੋਚ ਸੀਗੀ, ਬਣ ਜਾਣਾ ਚਾਹੀਦਾ ਸੀਗਾ, ਲੇਕਿਨ ਬਣਿਆ ਨਹੀਂ। ਕਿਹੜੇ ਹਾਲਾਤ ਕਿਸ ਤਰ੍ਹਾਂ ਹੋਏ ਆ ਉਹ ਤਾਂ ਰੱਬ ਜਾਣਦਾ ਹੈਗਾ। ਲੇਕਿਨ ਜੋ ਹੁਣ ਅਕਾਲ ਤਖਤ ਸਾਹਿਬ ਜੀ ਜਥੇਦਾਰ ਜੀ ਨੇ ਇਹ ਮੁੱਦਾ ਉਠਾਇਆ ਹੈਗਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਦਾ ਮਤਾ ਪਾਸ ਕਰਕੇ ਸੈਂਟਰ ਗੌਰਮੈਂਟ ਨੂੰ ਭੇਜਿਆ ਜਾਵੇ ਔਰ ਇਹ ਆਲ ਇੰਡੀਆ ਗੁਰਦੁਆਰਾ SGPC ਐਕਟ ਬਣਨਾ ਚਾਹੀਦਾ ਹੈਗਾ ਔਰ ਵਾਕਈ ਬਣਨਾ ਚਾਹੀਦਾ ਹੈ। ਇਹ ਮਤਾ ਆਖਰ ਕਿਉਂ ਨਹੀਂ ਪੈ ਰਿਹਾ? ਕਿਉਂਕਿ ਇਹ ਮਤਾ ਅੱਗੇ ਵੀ ਪੈਣਾ ਚਾਹੀਦਾ ਸੀ। ਇਹ ਪ੍ਰਪੋਜ਼ਲ ਪਹਿਲਾਂ ਵੀ ਹੋਣੀ ਚਾਹੀਦੀ। ਸਿੱਖਾਂ ਨੂੰ ਛੋਟਾ ਕਰਨ ਦਾ ਯਤਨ ਕੀਤਾ ਜਾ ਰਿਹਾ ਤੇ ਅਜਿਹੀਆਂ ਤਾਕਤਾਂ ਨੇ ਜਿਹੜੀਆਂ ਸਿੱਖਾਂ ਦੇ ਵਿੱਚ ਪੰਥ ਦੇ ਵਿੱਚ ਦਫਾੜ ਪਾਉਂਦੀਆਂ ਨਜ਼ਰ ਆ ਰਹੀਆਂ ਨੇ। ਲੱਗਦਾ ਕਿ ਜਿੱਦਾਂ ਦੇ ਵਿਵਾਦਾਂ ਦੇ ਵਿੱਚ ਸਿੱਖ ਫਸਦਾ ਜਾ ਰਿਹਾ ਹੈ, ਜਿਹੜੇ ਵਿਵਾਦ ਨੇ ਕਿਤੇ ਨਾ ਕਿਤੇ ਪੂਰੀ ਕੌਮ ਦਾ ਨੁਕਸਾਨ ਕਰ ਰਹੇ ਨੇ।
ਇਹ ਕੋਈ ਅੱਜ ਦੀ ਗੱਲ ਨਹੀਂ ਹੈ, ਇਹ ਬਹੁਤ ਪੁਰਾਤਨ ਸਮੇਂ ਤੋਂ ਹੀ ਗੱਲਾਂ ਚੱਲਦੀਆਂ ਆ ਰਹੀਆਂ। ਜਦੋਂ ਤੋਂ ਪੰਥ ਬਣਿਆ ਹੈ ਉਹਨਾਂ ਸਮੇਂ ਤੋਂ ਗੱਲਾਂ ਚੱਲਦੀ ਆ ਰਹੀਆਂ। ਜਿਹੜੀ ਮਰਜ਼ੀ ਸਰਕਾਰਾਂ ਆਉਣ, ਉਹਨਾਂ ਨੇ ਹਰੇਕ ਨੇ ਇਸ ਜਿਹੜੀ ਸਿੱਖੀ ਦੀ ਤਾਕਤ ਹੈ ਜੋ ਪਾਤਸ਼ਾਹ ਨੇ ਸਾਨੂੰ ਕਲਗੀਆਂ ਬਖਸ਼ੀਆਂ, ਇਨ ਗਰੀਬ ਸਿੱਖਨ ਕੋ ਦਊ ਪਾਤਸ਼ਾਹੀ, याद करे हमरे गुरे आई, इन्हीं को सरदार बनाऊं, तबे गोबिंद सिंह नाम कहाऊं, राज करन का बल समझाओ। पातशाह ने तो इत्थे गरीब लोगों को पातशाहियां दित्तियां, ये सानू पातशाहियां दित्तियां, साडे सिरां दे उपर कलगियां लाइयां हैगियां दशमेश पिता ने। इस नूं मिटाउण दी ताकत नूं मिटाउण दी कोशिश कीती जा रही है कि पंथ नूं अलग-अलग कीता जावे, इन्हां नूं वंड दित्ता जावे। पंथक दे विच पंथ इकੱਤਾ जो उसनूं अलग-अलग करके इस ताकत नूं खत्म कीता जावे। इस तरह ही आरएसएस ਨੂੰ ਸਾਡੇ ਵਿੱਚ ਪਾ ਰਿਹਾ। आरएसएस ਜਿਹੜੀ ਹੈ ਉਹਨਾਂ ਦੇ ਵਿੱਚ ਇਹਨੂੰ ਕੋਈ ਕਰਾਂ ਸਿੱਖੀ ਨੂੰ ਕ੍ਰੀਏਟ ਕਰਕੇ ਸਾਡੇ ਉੱਪਰ ਅਟੈਕ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ। ਇਹ ਸਾਰੇ ਜੋ ਬੀਜੇਪੀ ਨਵੀਂ ਤੋਂ ਨਵੀਂ ਚਾਲਾਂ ਚੱਲ ਰਹੀ ਹੈ, ਇਸ ਦੇ ਨਾਲ ਉਹਨਾਂ ਦੀ ਸੋਚ ਹੈ ਕਿ ਪੰਥ ਨੂੰ ਨੁਕਸਾਨ ਪਹੁੰਚਾ ਦੇਣਗੇ, ਲੇਕਿਨ ਐਸਾ ਨਹੀਂ ਹੋਏਗਾ। ਇਹ ਪੰਥ ਮਜ਼ਬੂਤ ਹੈ, ਪੰਥ ਮਜ਼ਬੂਤ ਹੈ। ਅਕਾਲ ਤਖਤ ਸਾਹਿਬ ਜੀ ਤੇ ਜੋ ਹੁਕਮ ਆਇਆ ਹੈ ਉਸ ਨੂੰ ਹਰੇਕ ਸਿੱਖ ਨੂੰ ਮੰਨਣਾ ਚਾਹੀਦਾ ਹੈ। ਸਿੱਖ ਲੋ ਟੋਪ ਦਾ ਮੁੱਦਾ ਬੜਾ ਛਾ ਰਿਹਾ। ਇੱਕ ਫਾਰਮੂਲਾ ਬਣਾ ਕੇ ਬੀਜੇਪੀ ਸਰਕਾਰ ਜਿਹੜੀ ਹੈ ਉਹ ਭੇਜਦੀ ਹੈ ਕਿ ਜਿਹੜੇ ਫੌਜੀ ਨੇ ਹੁਣ ਦਸਤਾਰਾਂ ਦੀ ਜਗ੍ਹਾ ਸਿੱਖ ਲੋ ਟੋਪ ਜਿਹੜਾ ਹੈ ਉਹ ਪਹਿਨਿਆ ਕਰਨ। ਪਰੰਤੂ ਇਸ ਮੁੱਦੇ ਦੇ ਉੱਤੇ ਹੀ ਵੱਡੇ ਸਵਾਲ ਖੜੇ ਹੋ ਰਹੇ ਆ। ਇਕਬਾਲ ਸਿੰਘ ਲਾਲਪੁਰਾ ਨੂੰ ਬਹੁਤ ਸਾਰੇ ਸਿੱਖ ਆਗੂ ਮਿਲਦੇ ਆ, ਪਰੰਤੂ ਕੋਈ ਨਾ ਤਾਂ ਉਸ ਮੀਟਿੰਗ ਦੇ ਵਿੱਚ ਕੋਈ ਫੈਸਲਾ ਹੁੰਦਾ, ਤੇ ਉਲਟਾ ਹੀ ਇਕਬਾਲ ਸਿੰਘ ਲਾਲਪੁਰਾ ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਆ ਉਹ ਇਹ ਗੱਲ ਕਹਿ ਦਿੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਜਿਹੜੇ ਫੌਜੀ ਸੀ, ਜੰਗੀ ਫੌਜੀਆਂ ਦੇ ਵਿੱਚ ਇਹ ਰੁਝਾਨ ਸੀ ਕਿ ਜਿਹੜੇ ਸਿੱਖ ਲੋ ਟੋਪ ਪਾਏ ਜਾਂਦੇ ਆ, ਤੇ ਹੁਣ ਇਤਰਾਜ਼ ਕਿਉਂ ਹੋ ਰਿਹਾ? ਦੇਖੋ, ਪੱਗ ਜੋ ਹੈ ਇਹ ਸਿੱਖ ਦੀ ਸ਼ਾਨ ਹੈ। ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੋਈ ਹੈ। ਸਿੱਖ ਪੱਗ ਦੇ ਨਾਲ ਔਰ ਰੋਮ ਦੇ ਨਾਲ ਜੱਚਦਾ ਤਾਂ ਸਿੱਖ ਕਹਾਉਂਦਾ ਹੈਗਾ। ਇਸ ਨੂੰ ਜਿਹੜੀ ਹੈ ਸਿੱਖੇ ਨੂੰ ਇਸ ਦੇ ਉੱਪਰ ਬਾਰ-ਬਾਰ ਹੁਣ ਤੋਂ ਨਹੀਂ ਪਹਿਲੇ ਚਿਰ ਤੋਂ ਅਟੈਕ ਹੁੰਦੇ ਆਏ ਆ। ਹੁਣ ਫਿਰ ਨਵੇਂ ਸਿਰੇ ਤੋਂ ਅਟੈਕ ਕੀਤਾ ਜਾ ਰਿਹਾ ਕਿ ਇਹ ਤਾਂ ਇਹ ਆ ਵੀ ਜੇ ਉਸ ਦੇ ਵਿੱਚ ਫੌਜ ਦੇ ਵਿੱਚ ਮਿਲਟਰੀ ਦੇ ਵਿੱਚ ਪੱਗ ਨੂੰ ਤਾਰ ਕੇ ਟੋਪ ਜਿਹੜਾ ਹੈਗਾ ਉਹ ਸਿਰ ਦੇ ਉੱਪਰ ਰੱਖੂਗੇ, ਯਾਨੀ ਕਿ ਸਿੱਖੀ ਨੂੰ ਖਤਮ ਕਰੂਗੇ। ਸਿੱਖੀ ਤਾਂ ਇੱਥੇ ਤੱਕ ਹੈ ਜਦੋਂ ਇਹਨੂੰ ਕੋਈ ਕਰਾਂ ਆਜ਼ਾਦੀ ਦੀ ਲਹਿਰ ਪੈਦਾ ਹੋਈ, ਆਜ਼ਾਦ ਦੇਸ਼ ਹੋਇਆ, ਉਸ ਟਾਈਮ ਸਿੱਖ ਲੋਕਾਂ ਨੇ 80% ਆਪਣੀਆਂ ਕੁਰਬਾਨੀਆਂ ਦਿੱਤੀਆਂ। ਜਦੋਂ ਦੇਸ਼ ਨੂੰ ਲੋੜ ਪਈ ਹੈ ਵੱਧ ਤੋਂ ਵੱਧ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਜਦੋਂ ਕਿਤੇ ਵਰਲਡ ਦੇ ਵਿੱਚ ਦੁਨੀਆ ਦੇ ਵਿੱਚ ਕੋਈ ਆਫਤ ਆਈ ਹੈ ਤਾਂ ਸਿੱਖ ਨੂੰ ਕੋਈ ਮੁੱਢਲੇ ਤੌਰ ਤੇ ਸਾਹਮਣੇ ਹੋ ਕੇ ਖੜਿਆ, ਕਿਸੇ ਵੀ ਦੇਸ਼ ਦੇ ਵਿੱਚ ਹੋਵੇ। ਅਮਰੀਕਾ ਦੇ ਵਿੱਚ ਸਿੱਖਾਂ ਨੂੰ ਹੁਣ ਜਿਹੜਾ ਉਹ ਬਹੁਤ ਵੱਡੇ ਅਹੁਦੇ ਦੇ ਉੱਪਰ ਮਾਣ ਮਿਲਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਨੇ ਜਾਗਦੀ ਜੋਤ ਕਿਹਾ ਹੈ ਪਾਰਲੀਮੈਂਟ ਦੇ ਵਿੱਚ। ਲੇਕਿਨ ਇੱਥੇ ਨੂੰ ਕੋਈ ਇਹਨਾਂ ਸਿਧਾਂਤਾਂ ਨੂੰ ਬੀਜੇਪੀ ਖਤਮ ਕਰਨਾ ਚਾਹੁੰਦੀ ਹੈ, ਖਤਮ ਨਹੀਂ ਹੋਣਗੀਆਂ। ਸਿੱਖ ਪੰਥ ਹੈ, ਪੰਥ ਗੁਰੂ ਸਾਹਿਬ ਦਾ ਹੈ। ਕੋਈ ਕਿਤੇ ਵੀ ਖੜਿਆ ਰਹੇ ਲੇਕਿਨ ਪੰਥ ਇੱਕ ਹੈ, ਪੰਥ ਇੱਕ ਰਹੇਗਾ। ਸਿੱਖ ਲੋ ਟੋਪ ਦੀ ਆਪਾਂ ਗੱਲ ਕਰ ਰਹੇ ਸੀ ਕਿ ਇਹ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਜਿਹੜਾ ਸਿੱਖ ਟੋਪ ਹੈ ਇਹ ਤਾਂ ਸਿੱਖੀ ਦੇ ਵਿੱਚ ਟੋਪੀ ਦੇ ਤਾਂ ਵਿਰੋਧ ਹੈ, ਮਤਲਬ ਹੀ ਨਹੀਂ ਹੈ। ਸਿੱਖ ਪੱਗ ਬੰਨੇ, ਸਿੱਖ ਦਾ ਟੋਪੀ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਅਸੀਂ ਤਾਂ ਇੱਥੇ ਤੱਕ ਵੀ ਪ੍ਰਬੰਧ ਨੇ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਐਂਟਰੀ ਕਰੇਗਾ ਉੱਥੇ ਤੱਕ ਵੀ ਬਾਹਰ ਬੋਰਡ ਲੱਗੇ ਹੋਏ ਆ ਵੀ ਸਿੱਖ ਕੋਈ ਵੀ ਬੰਦਾ ਜਿਹੜਾ ਟੋਪੀ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਪ੍ਰਵੇਸ਼ ਹੋਏਗਾ। ਇਹ ਜਿਹੜੇ ਗੱਲ ਹੈ ਫੌਜ ਦੇ ਵਿੱਚ ਮਿਲਟਰੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਸਿਪਾਹੀ ਨੇ ਦੇਸ਼ ਦੀ ਰੱਖਿਆ ਕਰ ਰਹੇ ਨੇ ਉਹਨਾਂ ਦੀ ਪੱਗ ਤਾਰ ਕੇ ਟੋਪ ਦੀ ਰੱਖਣ ਦੀ ਗੱਲ ਕਰ ਰਿਹਾ, ਗੱਲ ਗਲਤ ਹੈ ਬਿਲਕੁਲ। ਇਹ ਸਨ ਜੋਗਿੰਦਰ ਸਿੰਘ ਪੰਛੀ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਜਿਹੜੀ ਮੰਗ ਆਲ ਇੰਡੀਆ ਐਕਟ ਦੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਆ, ਇਸ ਮੰਗ ਦੇ ਉੱਤੇ ਤਾਂ ਬਹੁਤ ਪਹਿਲਾਂ ਕੰਮ ਹੋਣਾ ਸ਼ੁਰੂ ਹੋ ਗਿਆ ਸੀ, ਕਿਉਂਕਿ ਪੰਥ ਰਤਨ ਗੁਰਚਰਨ ਸਿੰਘ ਟੋੜਾ ਵੀ ਚਾਹੁੰਦੇ ਸੀ ਕਿ ਆਲ ਇੰਡੀਆ ਐਕਟ ਬਣੇ ਤੇ ਸਿੱਖ ਇੱਕ ਧਾਗੇ 'ਚ ਪਰੋਏ ਜਾਣ। ਜਿਹੜੀਆਂ ਸਾਜ਼ਿਸ਼ਾਂ ਹੁਣ ਰਚੀਆਂ ਜਾ ਰਹੀਆਂ ਸਿੱਖਾਂ ਦੇ ਵਿੱਚ ਭਰਾਵਾਂ ਨੂੰ ਜੰਗ ਲਾਉਣ ਦੀਆਂ, ਸਿੱਖਾਂ ਨੂੰ ਦਫਾੜ ਕਰਨ ਦੀਆਂ ਤੇ ਪੰਥ ਨੂੰ ਤੋੜਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਹੁਣ ਘੜੀਆਂ ਜਾ ਰਹੀਆਂ, ਸ਼ਾਇਦ ਇਹ ਹੁਣ ਸਾਹਮਣੇ ਨਾ ਆਉਂਦੀਆਂ। ਕਿਉਂਕਿ ਪੰਥ ਰਤਨ ਗੁਰਚਰਨ ਸਿੰਘ ਟੋੜਾ ਨੇ ਖੁਦ ਖਰੜਾ ਤਿਆਰ ਕੀਤਾ, ਫਿਰ ਸਿੱਖ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਜਸਟਿਸ ਹਰਬੰਸ ਸਿੰਘ ਹੋਰਾਂ ਨੂੰ ਇਹ ਖਰੜਾ ਭੇਜਿਆ ਕਿ ਕਿਤੇ ਨਾ ਕਿਤੇ ਆਲ ਇੰਡੀਆ ਐਕਟ ਦੇ ਉੱਤੇ ਕੰਮ ਕੀਤਾ ਜਾਵੇ। ਪਰੰਤੂ ਸਿੱਖਾਂ ਦੀ ਵੱਧਦੀ ਤਾਕਤ ਨੂੰ ਵੇਖ ਕੇ ਬਹੁਤ ਸਾਰੀਆਂ ਅਜਿਹੀਆਂ ਸਾਜ਼ਿਸ਼ਾਂ ਉਸ ਸਮੇਂ ਵੀ ਹੋਈਆਂ ਕਿ ਸਿੱਖਾਂ ਨੂੰ ਸੀਮਤ ਕੀਤਾ ਜਾਵੇ, ਕਿਉਂਕਿ ਜੇ ਸਿੱਖ ਇਸੇ ਤਰ੍ਹਾਂ ਹੀ ਵੱਧਦੇ ਫੁੱਲਦੇ ਰਹੇ ਤਾਂ ਇੱਕ ਵੱਡਾ ਪ੍ਰਭਾਵ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਜਾ ਸਕਦਾ ਹੈ। ਕੈਮਰਾਮੈਨ ਅਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ ਬੇਦੀ, ਮਲਸਾ TV, ਪਟਿਆਲਾ।